हाँ जी। ਭੈਰੋ ਨਾਮ ਦਿਓ ਜੀਓ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈਸੀ ਭੁੱਖੇ ਪ੍ਰੀਤ ਅਨਾਜ ਤ੍ਰਿਖਾਵੰਤ ਜਲ ਸੇਤੀ ਕਾਜ। ਜੈਸੀ ਭੁੱਖੇ ਪ੍ਰੀਤ ਅਨਾਜ, ਜਿਵੇਂ ਭੁੱਖਾ ਹੁੰਦਾ ਨਾ ਉਹਦੀ ਅਨਾਜ ਨਾਲ ਪ੍ਰੀਤ ਹੈ। ਕਿਉਂ ਬਾਹਰ ਬੱਲਾਂ ਚੁੱਕ ਕੇ ਵੀ ਲਿਆ ਕੇ ਘਰ ਖਾਂਦਾ, ਪ੍ਰੀਤ ਹੈ ਤਾਂ ਹੀ ਹੈ, ਸਾਂਭ ਕੇ ਰੱਖਦਾ ਅਨਾਜ ਨੂੰ। ਘਰ ਅੱਗੇ ਸਾਂਭਦਾ ਹੀ ਸੀ, ਉਹਨਾਂ ਦਿਨਾਂ 'ਚ ਅਨਾਜ ਕਿੱਥੇ ਹੁੰਦਾ ਸੀ? ਜਦ ਦੀ ਇਹ ਗੱਲ ਹੈ ਉਹਨਾਂ ਦਿਨਾਂ 'ਚ ਅਨਾਜ, ਚੱਲ ਭੁੱਖ ਤਾਂ ਹੁਣ ਵੀ ਬਥੇਰੀ ਹੈ, ਹੁਣ ਕਿਹੜਾ ਦੁਨੀਆ 'ਚ ਭੁੱਖ ਹੈ ਨਹੀਂ। ਜੈਸੇ ਭੁੱਖੇ ਪ੍ਰੀਤ ਅਨਾਜ, ਜਿਵੇਂ ਭੁੱਖ ਦੇ ਜਿਹੜੀ ਧਿਆਨ ਹੈ ਭੁੱਖੇ ਦਾ ਰੋਟੀ ਵੱਲ ਰਹਿੰਦਾ, ਅਨਾਜ ਵੱਲ ਰਹਿੰਦਾ। ਤ੍ਰਿਖਾਵੰਤ ਜਲ ਸੇਤੀ ਕਾਜ। ਜੇ ਪਿਆਸ ਲੱਗੀ ਹੋਵੇ ਫਿਰ ਉਹ ਪਾਣੀ ਦੀ ਤਲਾਸ਼ 'ਚ ਰਹਿੰਦਾ, ਕਿਤੋਂ ਪਾਣੀ ਮਿਲੇ। ਉਹਦਾ ਮਤਲਬ ਪਾਣੀ ਨਾਲ ਸਰਦਾ ਨਾ। ਤ੍ਰਿਖਾਵੰਤ ਦਾ, ਪਿਆਸੇ ਦਾ ਧਿਆਨ ਜਿਹੜਾ ਹੋਊ ਪਾਣੀ ਵੱਲ ਹੋਊ, ਕਿੱਥੋਂ ਪਾਣੀ ਮਿਲੇ। ਹਾਂਜੀ। ਜੈਸੀ ਮੂੜ ਕੁਟੰਬ ਪਰਾਇਣ ਐਸੀ ਨਾਮੇ ਪ੍ਰੀਤ ਨਾਰਾਇਣ। ਜੈਸੀ ਮੂੜ ਕੁਟੰਬ ਪ੍ਰਾਣ, ਜਿਵੇਂ ਮੂਰਖ ਦੀ ਕੁਟੰਬ ਨਾਲ ਪ੍ਰੀਤ ਹੁੰਦੀ ਹੈ ਨਾ। ਜੈਸੇ ਮੂੜ ਕੁਟੰਬ ਪ੍ਰਾਣ, ਜਿਵੇਂ ਮੂਰਖ ਕੁਟੰਬ ਦੇ ਅਧੀਨ ਹੁੰਦਾ, ਪ੍ਰਾਣ ਹੁੰਦਾ ਅਧੀਨ। ਅਧੀਨ ਹੈ ਮੂਰਖ ਜਿਹੜਾ ਕੁਟੰਬ ਦੇ ਅਧੀਨ ਹੁੰਦਾ। ਜਿਵੇਂ ਐਸੇ ਨਾਮੇ ਪ੍ਰੀਤ ਨਾਰਾਇਣ, ਮੇਰੀ ਨਾਰਾਇਣ ਨਾਲ ਮੈਂ ਇੰਨਾ ਡਿਪੈਂਡੈਂਟ ਹਾਂ ਜਿਵੇਂ ਮੂਰਖ ਕੁਟੰਬ ਤੇ ਡਿਪੈਂਡੈਂਟ ਹੁੰਦਾ। ਕੁਟੰਬ ਤੇ ਆਸ ਰੱਖਦਾ ਵੀ ਮੈਨੂੰ ਬੁਢੇਪੇ 'ਚ ਸੰਭੂਗਾ। ਨਾਮੇ ਨੇ ਨਾਰਾਇਣ ਨੂੰ ਕਿਹਾ ਵੀ ਇਹ ਸੰਭੂਗਾ। ਖਬਰ ਹੈ ਕਿੱਥੇ ਭਾਂਡੇ ਨੇ ਫੁੱਟਣਾ, ਆਦਮੀ ਕਿੱਥੇ ਹੋਊਗਾ, ਕੁਟੰਬ ਕਿੱਥੇ ਹੋਊਗਾ ਉਸ ਵੇਲੇ। ਤੇ ਆਖਰ ਤਾਂ ਸਾਹਮਣ ਵਾਲਾ ਫਿਰ ਵੀ ਨਾਰਾਇਣ ਹੈ। ਕੁਟੰਬ ਵੀ ਹੱਥ ਖੜੇ ਕਰ ਜਾਂਦਾ, ਜਿੰਨਾ ਮਰਜ਼ੀ ਪੈਸਾ ਲਾ ਲਵੇ, ਕਰਦੇ ਹੀ ਨੇ ਲੋਕ, ਪਰ ਫਿਰ ਵੀ ਨਾਰਾਇਣ ਦੇ ਹੱਥ 'ਚ ਡੋਰ। ਤਾਂ ਉਹ ਕਹਿੰਦਾ ਜਿਹਦੇ ਹੱਥ ਡੋਰ ਆ ਉੱਥੇ ਹੀ ਰੱਖੋ, ਆਪਾਂ ਉਹਦੇ ਹੀ ਰੱਖੋ। ਕੁਟੰਬ ਆਪਣੀ ਜਗ੍ਹਾ ਰਹੇ, ਪਰ ਕੁਟੰਬ ਨੂੰ ਦੇਖ ਕੇ ਨਾਰਾਇਣ ਨੂੰ ਨਹੀਂ ਭੁੱਲਣਾ। ਗੱਲ ਇੰਨੀ ਹੋਈ। ਹਾਂ, ਕੁਟੰਬ ਦੇ ਨੂੰ ਦੇਖ ਕੇ ਜੇ ਨਾਰਾਇਣ ਭੁੱਲ ਗਿਆ ਫਿਰ ਖਤਰਨਾਕ ਗੱਲ ਹੈ। ਕੁਟੰਬ ਰਹੇ, ਪ੍ਰੀਤ ਨਾਰਾਇਣ ਨਾਲੇ ਰਹੇ, ਭਰੋਸਾ ਉਹਦੇ ਤੇ ਹੀ ਰਹੇ। ਮੂੜ ਉਹ ਹੈ ਜਿਹੜਾ ਨਾਰਾਇਣ ਨੂੰ ਭੁੱਲ ਜਾਂਦਾ ਕੁਟੰਬ ਕਰਕੇ। ਵੀ ਮੇਰੇ ਤਾਂ 4 ਮੁੰਡੇ, ਮੈਨੂੰ ਰਹਿਣ ਦੀ ਕੀ ਲੋੜ ਹੈ? ਚੱਲ ਰੰਗ ਲੱਗਿਆ ਹੋਇਆ, ਆਪਾਂ ਨੂੰ ਵਿਗਾ ਵੀ ਨਹੀਂ ਰੱਖਦਾ, ਸਾਰਿਆਂ ਨੂੰ ਵੰਡ ਕੇ ਦੇ ਦਿੰਦਾ। ਘਰ ਵੀ ਨਹੀਂ ਰੱਖਦਾ, ਫਿਰ ਉਹ ਮੰਜਾ ਵੀ ਦਰਖਤ ਥੱਲੇ ਡਾਹ ਦਿੰਦੇ ਨੇ ਬਾਹਰ। ਰੋਟੀ ਪਿੱਛੇ ਲੜਦੇ ਨੇ ਵੀ ਇੱਕ ਦਿਨ ਕੌਣ ਦਊ, ਦੂਏ ਦਿਨ ਕੌਣ ਦਊ। ਫਿਰ ਹੋਸ਼ ਆਉਂਦੀ ਹੈ ਵੀ ਇਹ ਕੀ ਹੋ ਗਿਆ। ਉਹਨਾਂ ਦੀਆਂ ਵੀ ਮਜਬੂਰੀਆਂ ਨੇ ਵਿਚਾਰਿਆਂ ਦੀਆਂ। ਮੁੰਡਿਆਂ ਦੀ ਤਾਂ ਗੱਲ ਹੁੰਦੀ ਹੈ, ਬਾਪ ਹੈ, ਤੇ ਉਹ ਜਿਹੜੀਆਂ ਮੁੰਡਿਆਂ ਦੇ ਘਰ ਵਾਲੀਆਂ, ਉਹਦਾ ਕੀ ਲੱਗਦਾ ਉਹਨਾਂ ਦਾ? ਉਹਨਾਂ ਦਾ ਇਹ ਹੈ ਵੀ ਛੇਤੀ ਖੜਾ ਛੁੱਟੇ ਤੇ ਖੰਘੀ ਜਾਂਦਾ, ਉਹਨਾਂ ਦਾ ਕੁਛ ਨਹੀਂ ਲੱਗਦਾ। ਉਹਨਾਂ ਦੀ ਆਜ਼ਾਦੀ ਦਖਲ ਹੈ, ਕਈ ਗੱਲਾਂ ਟੋਕ ਦਿੰਦਾ, ਮੁੰਡੇ ਮੰਨ ਵੀ ਲੈਂਦੇ ਨੇ, ਘੂਰ ਵੀ ਦਿੰਦਾ। ਉਹ ਕਹਿੰਦਾ ਅਜੋ ਤਾਂ ਮੇਰੇ ਹੀ ਨਾਂ ਹੈ, ਫਿਰ ਡਰ ਜਾਂਦੇ ਨੇ। ਜੇ ਦਬਕਾ ਮਾਰ ਦਿੰਦਾ ਮੇਰੇ ਹੀ ਨਾਂ ਹੈ, ਸਭ ਕੁਛ ਸਾਰਿਆਂ ਨੂੰ ਬਾਹਰ ਕੱਢ ਦੂੰ। ਫਿਰ ਉਹਨਾਂ ਜਿਹੜੇ ਨੋਹਾਂ ਨੂੰ ਡਰ ਹੈ ਵੀ ਜਿੰਨਾ ਚਿਰ ਬੁੜਾ ਬੈਠਾ। ਉਹ ਕਹਿੰਦੇ ਇਹਦੀ ਛੁੱਟੀ ਹੁੰਦੀ ਨਹੀਂ, ਸਾਡੇ ਨਿਆਣੇ ਨੇ, ਅਸੀਂ ਨਿਆਣਿਆਂ 'ਤੇ ਵੀ ਬੈਨ ਲਾਉਂਦੇ ਹਾਂ। ਨਿਆਣੇ ਅੱਗੇ ਵਧੀਆ ਕੱਪੜੇ ਪਹਿਨ ਲੈਣ, ਅਗਲੇ ਡਾਂਗ ਚੱਕ ਲੈਂਦੇ ਸੀ। ਸਾਰੇ ਘਰੇ ਜਾਣਨੇ ਤੁਸੀਂ, ਇਹ ਕਰਦੇ ਹੋ।
ਇਹ ਤਾਂ ਹੁਣ 20 ਸਾਲ ਤੇ ਹੀ ਕੰਮ ਖਰਾਬ ਹੋਇਆ, 20-30 ਸਾਲ ਤੇ, ਪਹਿਲਾਂ ਨਹੀਂ ਸੀ ਇਦਾਂ ਹੁੰਦਾ। ਪਿੰਡ ਕਈ ਘਰਾਂ 'ਚ ਹੁਣ ਵੀ ਬੈਨ ਹੈ। ਇਹ ਜਿਹੜੇ ਮੂਰਖ ਨੇ ਥੋੜ੍ਹੇ ਪੜ੍ਹੇ ਲਿਖੇ, ਇਹ ਉਹ ਬੈਨ ਚੱਕਦਾ। ਜਿਹੜਾ ਸਾਰਾ ਫੈਲੀ ਹੈ ਨਾ, ਅਰਾਜਕਤਾ ਫੈਲੀ ਹੈ, ਇਹ ਉਹਦੀ ਵਜ੍ਹਾ ਹੈ। ਸਿਆਣਿਆਂ ਦਾ ਕੰਟਰੋਲ ਚੱਕਦਾ। ਜੇ ਸਿਆਣਿਆਂ ਦਾ ਕੰਟਰੋਲ ਚੱਕਿਆ ਗਿਆ, ਜਿੱਥੇ ਅਕਲ ਦਾ ਕੰਟਰੋਲ ਚੱਕਿਆ ਗਿਆ, ਅਕਲ ਤੇ ਬੇਅਕਲੀ ਦਾ ਰਾਜ ਹੋ ਗਿਆ, ਅਰਾਜਕਤਾ ਆ ਜਾਂਦੀ ਉੱਥੇ। ਦੇਖ ਲਓ ਜਿਹੜੇ ਅਫਸਰ ਨੇ ਸਾਰੇ, ਸਿਪਾਹੀਆਂ ਨੂੰ ਉੱਤੇ ਕਰ ਦਿਓ, ਅਫਸਰਾਂ ਨੂੰ ਸਿਪਾਹੀ ਲਾ ਦਿਓ, ਦੇਖ ਲਓ ਫਿਰ ਸਵਾਦ ਕੀ ਹੋਊ। ਬੜੇ ਬੜੇ ਅਫਸਰ ਨੇ, SI PCS ਅਫਸਰ ਨੇ, ਉਹਨਾਂ ਨੂੰ ਸਿਪਾਹੀ ਬਣਾ ਦਿਓ, ਜਿਹੜੇ ਸਿਪਾਹੀ ਨੇ ਉਹਨਾਂ ਨੂੰ ਅਫਸਰ ਲਾ ਦਿਓ ਉੱਤੇ, ਦੇਖ ਲਓ 2 ਮਹੀਨਿਆਂ 'ਚ ਕੀ ਹਾਲ ਕਰਦੇ ਨੇ। ਜਦੋਂ ਵੀ ਬੇਅਕਲੀ ਦਾ ਰਾਜ ਹੋਊ ਅਕਲ ਦੇ ਉੱਤੇ, ਅਰਾਜਕਤਾ ਹੋ ਜੂਗੀ। ਅਕਲ ਵਾਲੇ ਹੁਣ ਵੀ ਲੋਕ ਨੇ, ਉਹਨਾਂ ਦੀ ਸੁਣਦਾ ਕੌਣ ਆ? ਕਿ ਬੜੇ ਬੜੇ ਰਾਜੇ ਅਕਲ ਵਾਲਿਆਂ ਦੀ ਗੱਲ ਸੁਣਦੇ ਸੀ, ਅਕਲ ਵਾਲਿਆਂ ਕੋਲ ਜਾਂਦੇ ਸੀ, ਬਹਿੰਦੇ ਸੀ, ਉਹਨਾਂ ਦੇ ਡਾਇਰੈਕਸ਼ਨ ਲੈਂਦੇ ਸੀ, ਸੁਣਦੇ ਸੀ। ਹੁਣ ਤਾਂ ਬੇਅਕਲ ਚੁਣ ਕੇ ਹੀ ਬੇਅਕਲ ਆਉਂਦੇ ਨੇ, ਪੈਸੇ ਦੇ ਜ਼ੋਰ 'ਤੇ ਆਉਂਦੇ ਨੇ, ਗੁੰਡਾਗਰਦੀ ਦੇ ਜ਼ੋਰ 'ਤੇ ਆਉਂਦੇ ਨੇ। ਗੁੰਡਾਗਰਦੀ ਦੇ ਜ਼ੋਰ 'ਤੇ ਜ਼ਿਆਦਾ ਆਉਂਦੇ ਨੇ। ਜਿਹੜਾ ਆਪ ਗੁੰਡਾ ਨਹੀਂ, ਉਹਦੇ ਗੁੰਡੇ ਪਾਲੇ ਹੋਏ ਨੇ। ਜਿਹੜਾ ਗੁੰਡੇ ਪਾਲਦਾ ਗੁੰਡਾ ਹੀ ਹੁੰਦਾ ਅਸਲ 'ਚ। ਆਪ ਗੁੰਡਿਆਂ ਦਾ ਸਹਾਰਾ ਲੈਂਦਾ, ਸਾਰਿਆਂ ਦੇ ਹੀ ਨੇ। ਹਾਂਜੀ, ਐਸੀ ਨਾਮੇ ਪ੍ਰੀਤ ਨਰਾਇਣ, ਐਸੀ ਨਾਮੇ ਪ੍ਰੀਤ ਨਾਰਾਇਣ, ਐਸੀ ਪ੍ਰੀਤ ਹੈ ਨਾਰਾਇਣ ਨਾਮੇ ਦੀ। ਨਾਮੇ ਪ੍ਰੀਤ ਨਰਾਇਣ ਲਾਗੀ, ਸਹਿਜ ਸੁਭਾਏ ਭਇਓ ਬੈਰਾਗੀ। ਨਾਮੇ ਪ੍ਰੀਤ ਨਾਰਾਇਣ ਲਾਗੀ, ਨਾਮੇ ਦੀ ਜਾਤੇ ਪ੍ਰੀਤ ਨਾਰਾਇਣ ਨਾਲ ਲੱਗੀ ਹੈ ਨਾ, ਬਸ ਜਾਤੇ ਹੀ ਸਹਿਜ ਮਨ ਟਿਕ ਗਿਆ ਉਹਦਾ। ਸਹਿਜ ਸੁਭਾਏ ਭਇਓ ਬੈਰਾਗੀ, ਇੱਕ ਤਾਂ ਸੁਭਾਏ ਹੋ ਗਿਆ, ਉਹਦੀ ਭੁੱਖ ਬਦਲ ਗਈ। ਸੁਭਾਏ ਦਾ ਮਤਲਬ ਹੈ ਚੰਗੀ ਭੁੱਖ ਹੋ ਗਈ, ਉਹਦੀ ਨਾਮ ਦੀ ਭੁੱਖ ਹੋ ਗਈ, ਮਾਇਆ ਦੀ ਭੁੱਖ ਖਤਮ। ਸੁਭਾਏ ਭਾਵਨਾ ਸ੍ਰੇਸ਼ਟ ਹੋ ਗਈ, ਭੁੱਖੇ ਬਦਲ ਗਈ, ਸਹਿਜ ਮਨ ਟਿਕ ਗਿਆ। ਭਇਓ ਬੈਰਾਗੀ, ਮਨ ਟਿਕ ਗਿਆ, ਉਹਦੀ ਭੁੱਖ ਬਦਲ ਗਈ। ਜਿਹੜੀ ਭੁੱਖ ਭਜਾਉਂਦੀ ਸੀ ਉਹ ਭੁੱਖ ਹਟ ਗਈ, ਜਿਹੜੀ ਭੁੱਖ ਟਿਕਾਉਂਦੀ ਉਹ ਹੈਗੀ ਹੈ। ਟਿਕਾਈ ਰੱਖਣ ਵਾਲੀ ਭੁੱਖ, ਜਿਹਦੇ ਨਾਲ ਮਨ ਟਿਕਿਆ ਰਹੇ, ਉਹ ਭੁੱਖ ਬਦਸਤੂਰ ਹੈ। ਔਰ ਜਿਹੜੀ ਭਜਾਉਣ ਵਾਲੀ ਭੁੱਖ ਸੀ, ਮਨ ਨੂੰ ਭਟਕਾਉਣ ਵਾਲੀ ਭੁੱਖ ਸੀ, ਉਹ ਭੁੱਖ ਖਤਮ ਹੋ ਗਈ। ਸਹਿਜ ਸੁਭਾਏ ਭਇਓ ਬੈਰਾਗੀ, ਤਾਂ ਕਰਕੇ ਬੈਰਾਗੀ ਹੋ ਗਿਆ ਮਾਇਆ ਤਿਆਗ ਦੀ। ਭੁੱਖੇ ਹੈ ਨਹੀਂ ਮਾਇਆ ਦੀ। ਬੈਰਾਗੀ ਹੋਣਾ, ਮਾਇਆ ਦਾ ਰਾਗ ਜਿਹੜਾ ਸੀ ਨਾ ਖਤਮ ਹੋ ਗਿਆ। ਮਾਇਆ ਦਾ ਰਾਗ ਅਬੋਲ ਹੋ ਗਿਆ। ਉਹ ਬੋਲਣ ਵਾਲਾ ਜਿਹੜਾ ਹੈਗਾ ਨਾ, ਜਿਹੜਾ ਬੈਰਾਗੀ ਨਹੀਂ ਹੈ, ਜਿਹਦੇ ਅੰਦਰ ਰਾਗ ਹੈ, ਬੋਲਦਾ, ਉਹਨੂੰ ਨਹੀਂ ਮਿਲਦਾ। ਉਹੀ ਚੱਲਦੀ ਸੀ ਸੁਖਮਣੀ ਵਿੱਚ ਗੱਲ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ। ਜਿਹੜਾ ਬੈਰਾਗੀ ਨਹੀਂ ਬੋਲਦਾ, ਜੋ ਭੁੱਖ ਹੈ ਮਾਇਆ ਦੀ, ਉਹ ਨਹੀਂ ਪਹੁੰਚ ਸਕਦਾ। ਕੁਝ ਵੀ ਬੋਲੇ ਜਾ ਚਾਹੇ। ਹਾਂ, ਜੈਸੀ ਨਿਰਵਾਣੀ ਹੈ, ਬੈਰਾਗੀ ਹੈ। ਉਹ ਨਿਰਵਾਣੀ ਹੈ, ਬੈਰਾਗੀ ਹੈ। ਸਹਿਜ ਸੁਭਾਏ ਭਇਓ ਬੈਰਾਗੀ। ਰਹਾਓ ਜੈਸੀ ਮਾਇਆ ਦੀ ਰਾਹ ਭੁੱਖੇ ਤਿਆਗਤੀ ਹੈ ਹੀ ਨਹੀਂ, ਤਾਂ ਕਾਮਯਾਬੀ ਹੋਈ ਹੈ। ਹੋ ਹੀ ਨਹੀਂ ਸਕਦੀ ਕਾਮਯਾਬੀ। ਹਾਂ, ਜੈਸੀ ਪਰਪੁਰਖਾ ਰਤ ਨਾਰੀ, ਲੋਭੀ ਨਰ ਧਨ ਕਾ ਹਿਤਕਾਰੀ। ਜੈਸੀ ਪਰਪੁਰਖਾ ਰਤ ਨਾਰੀ, ਜਿਵੇਂ ਨਾਰੀ ਨਾਲ ਪਰਪੁਰਖ ਦਾ ਜਿਹੜਾ ਹੈ ਪ੍ਰੇਮ ਹੁੰਦਾ। ਰਤੀ ਪ੍ਰੇਮ ਨੂੰ ਕਹਿੰਦੇ ਨੇ। ਕਿਸੇ ਤੋਂ ਬਗਾਨੇ ਆਦਮੀ ਨਾਲ ਕੋਈ ਇਸਤਰੀ ਸਨੇਹ ਰੱਖੇ, ਜਾਂ ਕੋਈ ਬਗਾਨਾ ਆਦਮੀ ਇਸਤਰੀ ਨਾਲ ਸਨੇਹ ਰੱਖੇ, ਜਿਵੇਂ ਜਿਵੇਂ ਐ ਹੁੰਦਾ ਹੈ ਸੰਸਾਰ 'ਚ। ਜੈਸੀ ਪਰਪੁਰਖਾ ਰਤ ਨਾਰੀ। ਹਾਂ, ਰਤ ਨਾਰੀ ਪਰਪੁਰਖਾ ਨੂੰ ਨਾਰੀ ਦੇ ਨਾਲ ਸਨੇਹ ਹੋਵੇ। ਹਾਂ, ਲੋਭੀ ਨਰ ਧਨ ਕਾ ਹਿਤਕਾਰੀ। ਐ ਲੋਭੀ ਹੁੰਦਾ ਹੈ ਮਨ। ਲੋਭੀ ਨਰ ਧਨ ਕਾ ਹਿਤਕਾਰੀ।
ਲੋਭੀ ਜਿਹੜਾ ਨਰ ਹੈ, ਲੋਭ ਹੈ, ਐ ਉਹਦੀ ਮਾਇਆ ਨਾ ਪ੍ਰੀਤ ਹੁੰਦੀ, ਬਗਾਨੀ ਮਾਇਆ ਆਪਣੀ ਬਣ ਜਾਏ। ਸਾਧ ਜਿਹੜੇ ਲੋਭੀ ਨੇ ਨਾ, ਅਸਲ 'ਚ ਉਹਨਾਂ ਨੂੰ ਕਹਿੰਦੇ ਜਿਹੜੇ ਸੰਤ ਦੂਏ ਦੇ ਤੁਹਾਨੂੰ ਆਪਣਾ ਬਣਾਉਂਦੇ ਨੇ। ਜਿਹੜਾ ਲੋਭੀ ਹੈ ਨਰ, ਧਨ ਕਾ ਹਿਤਕਾਰੀ ਹੈ। ਹਿਤਕਾਰੀ ਕਿਵੇਂ? ਦੂਏ ਦਾ ਧਨ ਦਾਨ ਕਰਕੇ ਜੇ ਦੇਂਗਾ ਤੇਰਾ ਵਧੂਗਾ। ਦਾਨ ਨਾਲ ਆ ਹੁੰਦਾ। ਇਹ ਪ੍ਰਚਾਰ ਜਿਹੜੇ ਲੋਕ ਕਰਦੇ ਨੇ ਉਹਨਾਂ ਨੂੰ ਗੱਲ ਕਹੀ ਹੋਈ ਹੈ। ਅਸਲ 'ਚ ਉਹ ਆਪ ਲੈਣਾ, ਮਿਲਣਾ ਤਾਂ ਕੁਛ ਹੈ ਨਹੀਂ ਉਹਨਾਂ ਨੂੰ, ਆਪ ਲੈਣਾ ਚਾਹੁੰਦੇ ਨੇ। ਉਹਨਾਂ ਨੂੰ ਇਹ ਕਹੇ ਤੇ ਮਿਲਦਾ, ਵੀ ਲੋਭੀ ਨੂੰ ਇਹ ਕਹੇ ਤੇ ਮਿਲੂਗਾ ਵੀ ਭਾਈ ਜਿਹੜਾ ਦਾਨ ਦਿੰਦਾ, ਦਾਨ ਦਈਏ ਧਨ ਨਾ ਘਟੇ। ਉਹ ਜਿਹੜੀਆਂ ਗੱਲਾਂ ਬਣਾਈਆਂ ਲੋਭੀਆਂ ਦੀਆਂ, ਉਹਨਾਂ ਤੇ ਅਟੈਕ ਕਰਦਾ। ਜਿਹੜਾ ਕਹਿੰਦੇ ਇੱਥੇ 10 ਗੁਣਾ ਅੱਗੇ 70 ਗੁਣਾ ਮਿਲਦਾ, ਉਹਨਾਂ ਗੱਲਾਂ ਤੇ ਅਟੈਕ ਹੈ ਜਿਹੜੀਆਂ ਪਹਿਲੀਆਂ ਸੀਆਂ। ਆਹ ਪਹਿਲਾਂ ਗੱਲਾਂ ਸੁਣੀਆਂ ਹੋਈਆਂ ਨੇ ਇਹਦੀਆਂ, ਉਹ ਗੱਲਾਂ ਨੂੰ ਵੱਡ ਸੜਦਾ। ਹੁਣ ਕਹਿੰਦਾ ਉਹ ਜਿਹੜੀਆਂ ਗੱਲਾਂ ਸਾਨੂੰ ਪਹਿਲਾਂ ਪੜ੍ਹਾਈਆਂ ਨੇ ਅਸਲ 'ਚ ਲੋਭੀ ਨੇ। ਧਨ ਕਾ ਹਿਤਕਾਰੀ ਹੈ, ਧਨ ਦਾ ਹੀ ਹਿੱਤ ਤੈਨੂੰ ਧਨੇ ਮਿਲੂਗਾ। ਸੰਸਾਰੀ ਮਾਇਆ ਦਾ ਹੀ ਦੇ ਸਕਦੇ ਹਾਂ ਅਸੀਂ। ਆ ਨਾਮ ਨਹੀਂ ਦਿੱਤਾ, ਮਾਇਆ ਦਿੱਤੀ ਹੈ, ਗੋਲ ਕੇ ਦਿੱਤੀ ਹੈ। ਗੋਲ ਕੇ ਮੰਗਦੇ ਹਾਂ, ਗੋਲ ਕੇ ਲੈਂਦੇ ਹਾਂ। ਆ ਉਹਨਾਂ ਦੀ ਗੱਲ ਹੈ, ਜਿਹੜੇ ਗੋਲਕ ਦੇ ਸਿੱਖ ਨੇ ਉਹਨਾਂ ਦੀ ਗੱਲ ਹੈ। ਲੋਭੀ ਧਨ ਹੈ, ਜਿਹੜਾ ਲੋਭੀ ਨਰ ਹੈ, ਧਨ ਕਾ ਧਨ ਦੀ ਹਿੱਤੇ ਕਰੂਗਾ। ਜਿਹੜਾ ਖਜ਼ਾਨੇ ਭਰਪੂਰ ਦੀ ਅਰਦਾਸ ਕਰਦਾ ਉਹਦੀ ਗੱਲ ਹੈ ਇਹ। ਤੇਰੀ ਪ੍ਰਾਪਰਟੀ ਦਾ ਹਿੱਤ ਹੈ, ਤੇਰਾ ਹਿੱਤ ਨਹੀਂ। ਤੇਰੇ ਭਲੇ ਦੀ ਗੱਲ ਨਹੀਂ, ਜਾਇਦਾਦ ਦੇ ਭਲੇ ਦੀ ਗੱਲ ਕਰਦੇ ਨੇ। ਜਾਇਦਾਦ 'ਚ ਵਾਧਾ ਹੋ ਜਾਊਗਾ, ਤੇਰੀ ਅਕਲ 'ਚ ਵਾਧਾ ਨਹੀਂ ਹੋਣਾ, ਤੇਰੇ ਗਿਆਨ 'ਚ ਵਾਧਾ ਨਹੀਂ ਹੋਣਾ। ਜਾਇਦਾਦ 'ਚ ਵਾਧਾ ਹੋ ਜਾਊਗਾ, ਧਨ 'ਚ ਵਾਧਾ ਹੋ ਜਾਊਗਾ। ਹਿਤਕਾਰੀ ਧਨ ਵਾਸਤੇ ਹਿਤਕਾਰੀ ਨੇ, ਨਾ ਕਿ ਤੇਰੇ ਵਾਸਤੇ ਹਿਤਕਾਰੀ ਨੇ। ਉਹ ਵੀ ਨਾਰਦ ਧਨ ਕਾ ਹਿਤਕਾਰੀ। ਬਸ ਤੇਰੇ ਧਨ ਦਾ ਹਿਤ ਹੈ ਉਹਦੇ ਦਾ। ਧਨ ਦਾ ਹਿਤ ਹੈ। ਇਹ ਅਰਦਾਸਾਂ ਨੇ, ਇਹੀ ਗੱਲ ਹੈ ਸਾਰੀ। ਇੱਥੇ ਹੀ ਖੜਾ ਧਰਮ ਸਾਰਾ। ਜਿਹੜਾ ਧਰਮ ਧਨ ਦਾ ਹਿਤਕਾਰੀ ਹੈ ਉਹ ਜਨ ਦਾ ਹਿਤਕਾਰੀ ਨਹੀਂ ਹੈ। ਜਿਹੜਾ ਜਨ ਦਾ ਹਿਤਕਾਰੀ ਉਹ ਧਨ ਦਾ ਹਿਤਕਾਰੀ ਨਹੀਂ ਹੈ। ਹਾਂ, ਜਿਹੜੇ ਖਜ਼ਾਨੇ ਭਰਪੂਰ ਕਰਦੇ ਨੇ, ਖਜ਼ਾਨੇ ਦਾ ਹਿਤਕਾਰੀ ਹੈ, ਤੇਰਾ ਹਿਤਕਾਰੀ ਨਹੀਂ। ਤੈਨੂੰ ਚਾਹੇ ਹੁਣੇ ਨਾਲ ਕੰਮ ਲੈ ਜਾਵੇ, ਕੋਈ ਪਰਵਾਹ ਨਹੀਂ ਉਹਨਾਂ ਨੂੰ। ਇਹ ਕੋਈ ਠੇਕੇਦਾਰੀ ਨਹੀਂ ਉਹਨਾਂ ਦੀ। ਖਜ਼ਾਨੇ ਭਰਪੂਰ ਹੋ ਜਾਣ ਤੇਰੇ ਤਾਂ ਤੈ ਖਜ਼ਾਨੇ ਨਾਲ ਲੈ ਕੇ ਜਾਣੇ ਨੇ। ਇਹੀ ਕੁਛ ਰਹਿ ਗਿਆ ਸੀ ਤੁਹਾਡੇ ਕੋਲ। ਉਹ ਤਾਂ ਆਪ ਹੀ ਅਰਦਾਸ ਕਰ ਲਵੇ, ਤੈਨੂੰ ਦਿੱਤੇ ਤੇ ਬਿਨਾਂ ਆਪੇ ਦਾਨ ਕਰ ਲਵੇ। ਇਹ ਲੋਭੀ ਦੀ ਨਿਸ਼ਾਨੀ ਦੱਸਦੀ। ਲੋਭ ਦਾ ਪ੍ਰਚਾਰ ਹੈ। ਜਿਹੜਾ ਲੋਭੀ ਹੋਊਗਾ ਉਹ ਸਿਰਫ ਧਨ ਦਾ ਹਿਤਕਾਰੀ ਹੈ, ਜਨ ਦਾ ਹਿਤਕਾਰੀ ਨਹੀਂ। ਸਿੱਖਾਂ ਦੇ ਹਿੱਤ ਦੀ ਗੱਲ ਹੈ, ਸਿੱਖੀ ਦੇ ਹਿੱਤ ਦੀ ਗੱਲ ਨਹੀਂ ਹੈ। ਸਿੱਖੀ ਨੇ ਬਚਾਉਣਾ ਸਿੱਖ ਨੂੰ, ਮਾਇਆ ਨੇ ਨਹੀਂ ਬਚਾਉਣਾ। ਸਿੱਖੀ ਨੇ ਬੇੜਾ ਪਾਰ ਕਰਨਾ, ਪ੍ਰੋਸਪੈਰਿਟੀ ਨੇ ਬੇੜਾ ਪਾਰ ਨਹੀਂ ਕਰਨਾ। ਪ੍ਰੋਸਪੈਰਿਟੀ ਨੇ ਡੁਬੋ ਦੇਣਾ ਇਹਨੂੰ। ਜਿਹੜੇ ਗੱਲਾਂ ਕਰਦੇ ਨੇ ਨਾ, ਇਹਨਾਂ ਦੇ ਮੁੰਡੇ ਆਪਣੇ ਪੜ੍ਹਨੇ ਚਾਹੀਦੇ ਨੇ, ਉਹ ਚਾਹੀਦੇ, ਉਹ ਡੁਬੋਣ ਵਾਲੀਆਂ ਗੱਲਾਂ ਕਰਦੇ ਨੇ। ਗੁਰਮਤਿ ਦੇ ਖਿਲਾਫ ਨੇ ਸਾਰੀਆਂ ਗੱਲਾਂ, ਉਹ ਗੁਰਮਤਿ ਦੇ ਵਿਰੋਧੀ ਨੇ ਸਾਰੇ ਲੋਕ। ਉਹਨਾਂ ਨੇ ਡੁਬੋਈ ਹੈ ਸਿੱਖੀ ਅੱਜ ਤੱਕ। ਹੁਣ ਨਹੀਂ ਉਹਨਾਂ ਦੀ ਕੋਈ ਸੁਣਦਾ ਗੱਲ, ਨਾ ਉਹਨਾਂ ਦੀ ਸੁਣਦੇ। ਲੈ, ਉਹ ਤਾਂ ਆਪੇ ਸਿੱਖ ਨਹੀਂ ਹਨ। ਅਸਲ ਸਿੱਖੀ ਦੇ ਵਿਰੋਧ ਦੀ ਗੱਲ ਹੈ ਉਹ ਸਾਰੀ। ਰਾਜ ਕਰੇਗਾ ਖਾਲਸਾ ਵਾਲੇ ਵੀ ਉਹੀ ਨੇ, ਆਪਣੇ ਹੱਕ ਲੈਣੇ ਨੇ, ਉਹ ਵੀ ਉਹੀ ਗੱਲ ਹੈ। ਇਹ ਸਾਰੇ ਰੂਪ ਨੇ, ਇਹ ਧਨ ਕੇ ਹਿਤਕਾਰੀ ਨੇ ਸਾਰੇ ਲੋਕ। ਆਪ ਲੋਭੀ ਨੇ ਅਸਲ 'ਚ।
ਲੋਭ ਲਹਿਰ ਚੱਲਦੀ ਹੈ ਅੰਦਰ ਇਹਨਾਂ ਦੇ। ਗੱਲੇ ਸਾਰਾ ਦਿਨ ਸੁਪਨੇ ਹੀ ਮਾਇਆ ਦੇ ਆਉਂਦੇ ਨੇ, ਹੋਰ ਕੁਛ ਵੀ ਨਹੀਂ ਇਹਨਾਂ ਦੇ ਕੋਲ ਹੈ। ਹਾਂਜੀ, ਕਾਮੀ ਪੁਰਖ ਕਾਮਨੀ ਪਿਆਰੀ, ਐਸੇ ਨਾਮੇ ਪ੍ਰੀਤ ਮੁਰਾਰੀ। ਜਿਵੇਂ ਕਾਮੀ ਪੁਰਖ ਕਾਮਣੀ ਪਿਆਰੀ, ਕਾਮੀ ਨੂੰ ਜਿਹੜਾ ਕਾਮਨਾ ਕਰਦਾ ਉਹਨੂੰ ਆਪਣੀ ਇੱਛਾ ਤੱਕ ਪਿਆਰ ਹੈ। ਇੱਛਾ ਕੋਈ ਵੀ ਕਰ ਲਵੇ, ਉਹ ਕਹਿੰਦਾ ਮੇਰੀ ਇੱਛਾ ਪੂਰੀ, ਇੱਕ ਨਾਨ ਉਹਦੀ ਇੱਛਾ ਵੀ ਮੈਂ ਨੂੰ ਸਕੂਟਰੀ ਲੈ ਦੂੰ। ਉਹਨੂੰ ਕਿਸੇ ਮਾਂ-ਬਾਪ ਨਾਲ ਵੀ ਪਿਆਰ ਤਾਂ ਹੈ ਜੇ ਸਕੂਟਰੀ ਲੈ ਦੇਵੇ, ਕਿਸੇ ਚੀਜ਼ ਨਾਲ ਨਹੀਂ ਪਿਆਰ, ਹੁਣ ਤਾਂ ਉਹ ਲੈ ਦੋ। ਕਾਮਨੀ ਪਿਆਰੀ, ਹੁਣ ਤਾਂ ਆਪਣੀ ਕਾਮਨਾ ਪਿਆਰੀ ਹੈ, ਉਹਨੂੰ ਕਿਸੇ ਨਾਲ ਪਿਆਰ ਨਹੀਂ ਹੈ। ਉਹਨੂੰ ਤਾਂ ਆਪਣੇ ਇੱਛਾ ਨਾਲ ਪਿਆਰ ਹੈ, ਉਹਦੀ ਇੱਛਾ ਪੂਰੀ ਹੋ ਜਾਵੇ ਬਸ। ਉਹਨੂੰ ਆਪਣੀ ਇੱਛਾ ਨਾਲ ਪ੍ਰੇਮ ਹੈ, ਕਿਸੇ ਨਾਲ ਨਹੀਂ ਪ੍ਰੇਮ। ਇਸ ਕਰਕੇ ਸੰਸਾਰ ਆਪਣੀ ਇੱਛਾ ਨਾਲ ਪ੍ਰੇਮ ਕਰਦਾ, ਕੋਈ ਕਿਸੇ ਨਾਲ ਨਹੀਂ ਕਰਦਾ। ਸਵਾਰਥੀ ਹੈ ਸੰਸਾਰ। ਇਸ ਕਰਕੇ ਗੁਰਬਾਣੀ ਕਹਿੰਦੇ ਝੂਠੀ ਦੇਖੀ ਪ੍ਰੀਤ ਜਗਤ ਮਹਿ, ਝੂਠੀ ਦੇਖੀ ਪ੍ਰੀਤ। ਆਪਣੇ ਹਿੱਤ ਸਭ ਤੋਂ ਲਾਗੇ ਕਿਆ ਆਪਣੇ ਹੀ ਹਿੱਤ ਸਿਉ ਸਭ ਲਾਗੇ, ਕਿਆ ਦਾਰਾ ਕਿਆ ਆ, ਉਹ ਗੱਲ ਹੈ। ਕਾਮਨੀ ਇੱਛਾ ਦੀ ਗੱਲ ਹੈ। ਕਾਮਨੀ ਇੱਛਾ ਹੁੰਦੀ ਹੈ, ਕਾਮ में ਇੱਛਾ ਕਰਨ ਵਾਲਾ। ਜੋ ਵੀ ਇੱਛਾ ਕਿਸੇ ਦੀ ਇੱਛਾ ਕੁਛ ਵੀ ਹੋ ਸਕਦੀ। ਅਮਲੀ ਕੋ ਜੈਸੇ ਅਮਲ ਵਾਲਾ, ਉਹਦੀ ਇੱਛਾ ਫੀਮ ਖਾੜਦੀ ਹੈ, ਉਹਦੀ ਇੱਛਾ। ਤੈਸੇ ਮੇਰੇ ਮਨ ਰਾਮਈਆ, ਦੇਖੋ ਉਹ ਵੀ ਇੱਛਾ ਸੀ ਅਮਲੀ ਦੀ। ਇੱਥੇ ਤੈਸੇ ਨਾਮੇ ਪ੍ਰੀਤ ਮੁਰਾਰੀ, ਤੈਸੇ ਨਾਮੇ ਪ੍ਰੀਤ ਮੁਰਾਰੀ। ਜਿਵੇਂ ਅਮਲੀ ਦੀ ਅਮਲ ਨਾਲ ਇੱਛਾ ਹੈ, ਅਮਲ ਦੀ ਇੱਛਾ ਹੈ, ਉਹਦੇ ਨਾਲ ਪ੍ਰੀਤ ਹੈ ਉਹਦੀ। ਐ ਨਾਮੇ ਦੀ ਮੁਰਾਰੀ ਨਾਲ ਪ੍ਰੀਤ। ਹਾਂਜੀ, ਭਾਈ ਪ੍ਰੀਤ ਜੇ ਆਪੇ ਲਾਏ, ਗੁਰ ਪ੍ਰਸਾਦੀ ਦੁਬਦਾ ਜਾਏ। ਜੇ ਹੁਣ ਉਹਨਾਂ ਦੇ ਹਿਸਾਬ ਨਾਲ ਅਰਥ ਕਰੀਏ, ਜੇ ਸੰਸਾਰ ਦੇ ਹਿਸਾਬ ਨਾਲ ਇਹਦੇ ਅਰਥ ਕਰ ਦਈਏ, ਇਹਦੇ ਅਰਥ ਇਹਦਾ ਅਸ਼ਲੀਲ ਹੈ। ਫਿਰ ਇਹ ਵੀ ਅਸ਼ਲੀਲ ਹੈ। ਕਾਮੀ ਪੁਰਖ ਕਾਮਨੀ, ਅਸੀਂ ਉਹ ਨਿਕਲ ਗਏ ਇੱਥੋਂ ਇਹਦੇ ਅਰਥ ਕਰਕੇ, ਉਹ ਕਰਕੇ ਦਿਖਾਉਣ, ਸਾਰੇ ਟੀਕੇ ਫਸੇ ਹੋਏ ਨੇ। ਇਹਦਾ ਅਸ਼ਲੀਲ ਹੈ। ਫਿਰ ਇਹ ਤਾਂ ਅਸ਼ਲੀਲ ਹੈ, ਸਾਰੀ ਗੱਲ ਹੀ ਅਸ਼ਲੀਲ ਹੈ। ਫਿਰ ਆਹ ਜੈਸੇ ਪਰ ਪੁਰਖਾ ਰਤ ਨਾਰੀ, ਲੋਭੀ ਨਰ ਧਨ ਕਾ ਹਿਤਕਾਰੀ, ਕਾਮੀ ਪੁਰਖ ਕਾਮਨੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਇੱਥੇ ਨਿਕਲ ਕੇ ਦਿਖਾਉਣ। ਉਹ ਜੇ ਉਹ ਲੈ ਲੈਣਗੇ ਤੇ ਫਿਰ ਤਾਂ ਗਏ। ਉਹ ਲਿਆ ਹੋਇਆ ਸਾਰੇ ਠੇਕੇਦਾਰ ਨੇ, ਲਿਆ ਹੋਇਆ ਹੀ ਲਿਆ ਹੈ। ਹੋਇਆ ਹੀ ਹੈ। ਇੱਥੇ ਵੀ ਫਸਣਗੇ, ਆਚ ਵੀ ਫਸਣਗੇ, 10ਵੀਂ 'ਚ ਵੀ ਫਸਣਗੇ, ਦੋ ਜਗ੍ਹਾ ਫਸ ਗਏ ਉਹ। ਇਹ ਤਾਂ ਅਸੀਂ ਸੰਗਤ ਵਿੱਚ ਕਰਦੇ ਹਾਂ, 10ਵੀਂ ਦੀ ਤਾਂ ਲੋੜ ਨਹੀਂ ਸੰਗਤ ਵਿੱਚ ਅਰਥਾਂ ਦੀ। ਉਹ ਤਾਂ ਸਾਡਾ ਉਹ ਵੈਸੇ ਸਟੱਡੀ ਆਦਮੀ ਦੀ, ਉਹ ਪਰਸਨਲ। ਇਹ ਸੰਗਤ ਵਿੱਚ ਬਹਿ ਕੇ, ਉਹ ਸੰਗਤ ਵਿੱਚ ਬਹਿ ਕੇ ਹੈ ਨਹੀਂ। ਉੱਥੇ ਕਦੇ ਵੀ ਵਿਚਾਰ ਦੀ ਗੱਲ ਨਹੀਂ ਆਈ, ਇੱਥੇ ਵਿਚਾਰ ਦੀ ਗੱਲ ਆਈ ਹੈ। ਇੱਥੇ ਸਭਾ ਵਿਛਾ ਕੇ ਬੈਠਣ ਦੀ ਗੱਲ ਆਈ ਹੈ। ਇੱਥੇ ਸੰਗਤ ਦੀ, ਉੱਥੇ ਸੰਗਤ ਦੀ ਗੱਲ ਕਿਤੇ ਹੈ ਦੱਸੋ? ਸਾਰੇ 10ਵੀਂ 'ਚ ਸੰਗਤ ਦੀ ਕਿਤੇ ਗੱਲ ਨਹੀਂ। ਇਕੱਲੇ ਆਦਮੀ ਨੇ ਪੜ੍ਹਨੀ ਆ ਆਪ ਉਹ ਬਾਣੀ ਸਾਰੀ। ਉਹ 'ਚ ਕਪੈਸਿਟੀ ਹੈ ਇਕੱਲੇ ਦੀ, ਉਹ ਕਪੈਸਿਟੀ ਹੈ ਉਹਨੂੰ ਸਮਝ ਲੈਣ ਦੀ। ਜੇ ਆਦ ਸਮਝਿਆ ਹੋਵੇ ਤਾਂ, ਜੇ ਇਹੀ ਨਹੀਂ ਸਮਝਿਆ ਉਹਨੂੰ ਪੜ੍ਹਨ ਦੀ ਲੋੜ ਹੀ ਨਹੀਂ। ਜਿਹੜਾ ਸਿੱਖ ਨਹੀਂ ਅਜੋ, ਉਹ ਖਾਲਸਾ ਕਿਵੇਂ ਹੋ ਜਾਊਗਾ? ਭਾਈ ਪਿਓ ਦੇ ਜਦ ਚੜ੍ਹਦੀ ਹੈ, ਜਦ ਬੂਟਾ ਪਹਿਲਾਂ ਹੋਵੇ। ਉਹ ਜਿਹੜਾ ਬੂਟਾ ਜੰਮਿਆ ਹੋਇਆ ਉਸ ਨੂੰ ਪਿਓ ਚੜਾਓਗੇ ਤੁਸੀਂ। ਜਿਹਦੀ ਟਾਹਣੀ ਦੀ ਪਿਓ ਚੜਾਉਣੀ ਉਹ ਤਾਂ ਹੈਗਾ ਹੀ ਆ, ਉਹਦਾ ਤਾਂ ਕੋਈ ਰੌਲਾ ਨਹੀਂ। ਇਹ ਤਾਂ ਨਾਮ ਦੇ ਬੂਟੇ ਨੂੰ ਪਿਓ ਦਾ ਉਹ 10ਵੀਂ ਦੀ ਚੜਾਉਣੀ, ਉਹ 10ਵੀਂ ਦਾ ਪਿਓ ਚੜਾਈ ਹੈ। ਮੂਲ ਨੂੰ ਵੀ ਤਾਂ ਸਿੱਖੀ ਦਾ ਬੂਟਾ ਹੈ। ਆਦ ਸਮਝ ਕੇ ਆ ਗਿਆ। ਸਿੱਖੀ ਦੇ ਬੂਟੇ ਨੂੰ 10ਵੀਂ ਦੀ ਪਿਓ ਦਾ ਚੜਾਈ ਹੋਈ, ਉਹਦਾ ਪਿਓ ਦਾ। ਜਾੜੇ ਦੀ ਉਹ ਚੱਲਣੀ ਹੈ, ਜਾੜੇ ਦੀ ਚੱਲਣੀ ਹੈ। ਉੱਤੇ ਪਿਓ ਦੀ ਟਾਹਣੀ ਉਹਦੀ ਚੱਲਣੀ ਹੈ। ਉੱਤੇ ਜੜ ਸਿੱਖੀ ਦੀ ਉਹ ਚੱਲੂਗੀ। ਸਿੱਖੀ ਛੱਡ ਕੇ ਕਾਹਦੇ ਜੋਗੇ? ਜੜ ਇਸੇ ਦੀ ਚੱਲਣੀ ਹੈ, ਉਤਲੀ ਟਾਹਣੀ ਦੂਈ ਚੱਲਣੀ ਹੈ। ਉਹਦਾ ਪਿਓ ਚੜਾਈ ਹੋਈ ਹੈ। ਪਿਓ ਨੂੰ ਲੈਂਦੇ ਨੇ ਪਹਿਲਾਂ, ਜੜ ਦਾ ਪਤਾ ਹੀ ਨਹੀਂ। ਪਿਓ ਤਾਂ ਕਾਹਤੇ ਚੜ੍ਹੋਗੇ? ਹਵਾ 'ਚ।
ਹਵਾ 'ਚ ਨਹੀਂ ਪਿਉ ਚੜ੍ਹਦੀ ਹੁੰਦੀ, ਪਹਿਲਾਂ ਕੋਈ ਚਾਹੀਦਾ ਥੱਲੇ, ਪਹਿਲਾਂ ਬੂਟਾ ਚਾਹੀਦਾ, ਇੱਕ ਹੋ ਕੇ ਉੱਗਿਆ ਹੋਇਆ ਚਾਹੀਦਾ ਤਾਂ ਪਿਉ ਚੜੂਗੀ। ਬੂਟਾ ਕੀ ਹੁੰਦਾ, ਇੱਕ ਹੋਏ ਤਾਂ ਉੱਗੇ ਹੋਏ ਨੂੰ ਪਿਉ ਦਸਮ ਦੀ ਚੜੂਗੀ। ਉੱਗਣ ਦੇ ਪਹਿਲਾਂ ਦਸਮ ਪੜ੍ਹਨ ਦੀ ਲੋੜ ਹੀ ਨਹੀਂ ਹੈ। ਜੇ ਪਹਿਲਾਂ ਪੜੂਗਾ ਕੁਛ ਹੋਰੇ ਬਣ ਜੂਗਾ ਉਹਦਾ। ਪਹਿਲਾਂ ਇਹਦੇ 'ਚ ਇੱਕ ਹੋ ਕੇ ਉੱਗ ਲਓ, ਫਿਰ ਉਹਨੂੰ ਛੇੜਿਓ ਬਾਅਦ 'ਚ। ਹਾਂਜੀ, ਸਾਈ ਪ੍ਰੀਤ ਜੇ ਆਪੇ ਲਾਏ, ਸਾਈ ਪ੍ਰੀਤ ਜੇ ਆਪੇ ਲਾਏ। ਪ੍ਰੀਤ ਉਹ ਹੈ ਜਿਹੜੀ ਪ੍ਰੀਤ ਉਹਨੇ ਆਪ, ਜਿਹੜੀ ਪ੍ਰੀਤ ਅਸੀਂ ਆਪਣੇ ਆਪ ਲਾਈ ਹੈ, ਅੰਦਰੋਂ ਪੈਦਾ ਹੋਈ ਹੈ। ਸਾਡੇ ਜਿਹੜੀ ਅੰਦਰੋਂ ਪ੍ਰੀਤ ਪੈਦਾ ਹੋਈ ਹੈ ਨਾ, ਉਹ ਪ੍ਰੀਤ ਹੁੰਦੀ ਹੈ। ਕਿਸੇ ਦੀ ਸੁਣੀ ਸੁਣਾਈ ਪ੍ਰੀਤ ਲਾਈ ਹੋਈ ਨਹੀਂ। ਜਿਹੜੀ ਸੁਣੀ ਸੁਣਾਈ ਪ੍ਰੀਤ ਹੈ ਨਾ ਲਾਈ ਹੋਈ, ਜਿਵੇਂ ਅਸੀਂ ਕਹਿੰਦੇ ਹਾਂ ਬਾਹਰ ਵੀ ਮਾਂ ਬਾਪ ਨੂੰ ਭਾਈ ਐਂ ਕਰੀਦਾ ਐਂ ਕਰੀਦਾ, ਪ੍ਰੀਤ ਨਹੀਂ ਹੁੰਦੀ, ਉਹ ਝੂਠੀ ਹੁੰਦੀ ਹੈ। ਜਿਹੜੀ ਅੰਦਰੋਂ ਪੈਦਾ ਹੋਈ ਹੈ ਪ੍ਰੀਤ, ਆਪਣੇ ਅੰਦਰੋਂ ਪੈਦਾ ਹੁੰਦੀ ਹੈ ਜਾਂ ਪ੍ਰੀਤ, ਉਹ ਸੱਚੀ ਹੁੰਦੀ ਹੈ। ਜੇ ਅੰਦਰੋਂ ਹੀ ਨਹੀਂ ਪੈਦਾ ਹੋਈ ਪ੍ਰੀਤ, ਉਹਨਾਂ ਦੀ ਉਹ ਪ੍ਰੀਤ ਠੀਕ ਹੈ ਮਾਂ ਬਾਪ ਦੇ ਜਾਂ ਕਿਸੇ ਦੇ ਪ੍ਰਤੀ ਜਿਨ੍ਹਾਂ ਦੇ ਆਪਣੇ ਅੰਦਰੋਂ ਪੈਦਾ ਹੋਈ ਹੋਈ, ਉਹ ਪ੍ਰੀਤ ਸੱਚੀ ਹੈ। ਜੇ ਕੋਈ ਦਿਲੋਂ ਪ੍ਰੀਤ ਕਰਦਾ ਹੈ, ਉਹ ਪ੍ਰੀਤ ਸੱਚੀ ਹੈ, ਆਪਾਂ ਕਹਿ ਦਿੰਦੇ ਹਾਂ। ਜੇ ਦਿਲੋਂ ਨਹੀਂ ਕਰਦਾ ਪ੍ਰੀਤ, ਤਾਂ ਫਿਰ ਉਹ ਬਣਾਉਟੀ ਹੈ। ਜੇ ਆਪੇ ਲਾਏ, ਉਹਦਾ ਮਨ ਦਾ ਜਿਹੜਾ ਮੂਲ ਹੈ ਨਾ, ਮਨ ਦਾ ਚਿੱਤ ਹੈ, ਉਹ ਜੇ ਮਨ ਨੂੰ ਪ੍ਰੀਤ ਲਾਵੇ, ਉਹ ਕਹੇ ਪ੍ਰੀਤ ਇਹਨੂੰ ਕਰਨੀ ਹੈ, ਤਾਂ ਕਰਦਾ ਮਨ। ਜੇ ਉਹ ਅੰਦਰ ਲਾਣਾ ਪ੍ਰੀਤ ਕਰਦਾ ਹੋਵੇ, ਬਾਹਰ ਕਿੱਥੋਂ ਕਰਨੀ ਹੈ? ਦਿਲ ਦੀ ਪ੍ਰੀਤ ਤਾਂ ਹੈ ਨਹੀਂ, ਉਹ ਪ੍ਰੀਤ ਦਿਮਾਗ 'ਚੋਂ ਹੀ ਪੈਦਾ ਹੋਈ ਹੋਈ ਹੈ, ਕਿਸੇ ਸਿਰਫ ਕਿਸੇ ਸਵਾਰਥ ਵਾਸਤੇ। ਉਹ ਪ੍ਰੀਤ ਤਾਂ ਉਹਨਾਂ ਚਲਾ ਜਿੰਨਾ ਚਿਰ ਉਹਦਾ ਕੰਮ। ਗੁਰਪ੍ਰਸਾਦੀ ਦੁਬਦਾ ਜਾਏ, ਗੁਰਪ੍ਰਸਾਦੀ ਦੁਬਦਾ ਜਾਏ, ਗਿਆਨ ਦੀ ਕਿਰਪਾ ਨਾਲ ਦੁਬਦਾ ਜਾਣੀ ਹੈ। ਇਹ ਦੁਬਦਾ ਕੀ ਹੈ? ਪ੍ਰੀਤ ਕਰਨੀ ਹੈ ਕਿ ਨਹੀਂ ਕਰਨੀ, ਇਹ ਦੁਬਦਾ। ਜੇ ਪ੍ਰੀਤ ਕਰਨੀ ਹੈ, ਜਿੰਨਾ ਚਿਰ ਅੰਦਰਲੇ ਨੇ ਪ੍ਰੀਤ, ਜਿੰਨਾ ਚਿਰ ਗਿਆਨ ਨਹੀਂ ਹੁੰਦਾ ਅਸਲ ਦੇ ਵਿੱਚ, ਸਮਝ ਨਹੀਂ ਆਉਂਦੀ, ਜਿੰਨਾ ਚਿਰ ਪਲਟਦੀ ਨਹੀਂ ਕਮਲੀ, ਪਲਟਦੀ ਨਹੀਂ ਨਾ ਹੈ, ਉਹਨਾਂ ਚਿਰ ਪ੍ਰੀਤ ਹੁੰਦੀ ਉਹ ਨਹੀਂ। ਜਦ ਪਲਟਦੀ ਹੈ ਕਮਲੀ ਇਹ, ਫੇਰ ਪ੍ਰੀਤ ਹੁੰਦੀ ਹੈ। ਜਿੰਨਾ ਚਿਰ ਅੰਦਰੋਂ ਬੁੱਧ ਨਹੀਂ ਨਾ ਪਲਟਦੀ, ਉਹ ਪ੍ਰੀਤ ਬਣਾਉਟੀ ਹੋਈ ਆ, ਉਹ ਦਿਖਾਵੇ ਦੀ ਪ੍ਰੀਤ ਹੈ। ਐਵੇਂ ਕਹਿਣ ਦੀ ਆ ਵੀ ਮਨ ਵਿੱਚ ਹੋਰ ਹੈ, ਮੁੱਖ 'ਚ ਹੋਰ ਹੈ। ਜਨ ਮਨ ਹੋਰ ਮੁੱਖ ਹੋਰ, ਬਸ ਮੂੰਹ ਦੀ ਪ੍ਰੀਤ ਹੈ, ਉਹ ਅੰਦਰਲੀ ਨਹੀਂ ਹੈ। ਜੇ ਅੰਦਰਲੇ ਨੇ ਵਿੱਚ ਪ੍ਰੀਤ ਹੈ, ਜੇ ਅੰਦਰਲੇ ਨੇ ਪ੍ਰੀਤ ਲਾਈ ਹੈ ਮਨ ਨੂੰ, ਫਿਰ ਮਨ ਦੇ ਵਿੱਚ ਪ੍ਰੀਤ ਆਊਗੀ। ਜੇ ਇਕੱਲੇ ਮਨ ਦੇ ਵਿੱਚ ਪ੍ਰੀਤ ਹੈ, ਬੁੱਧੀ ਨੇ ਮਨ ਦੇ ਵਿੱਚ ਤਾਂ ਫੀਡ ਕਰ ਲਈ, ਅੰਦਰਲੇ ਨੇ ਕੀਤੀ ਨਹੀਂ ਆਪਣੇ 'ਚ, ਉਹ ਇਹੋ ਜਿਹੀ ਪ੍ਰੀਤ ਹੁੰਦੀ ਹੈ ਜਿਹੋ ਜਿਹੀ ਮੋਦੀ ਅਰਬਾਦ ਹੁੰਦੀ ਸੀ। ਸੀ ਨਾ ਬੀਜੇਪੀ ਦੀ ਯਾਰ, ਅਕਾਲੀ ਦਲ ਦੀ ਪ੍ਰੀਤ ਇਹੋ ਜਿਹੀ ਹੁੰਦੀ ਆ। ਪਤੀ ਪਤਨੀ ਵਾਲਾ ਰਿਸ਼ਤਾ ਇਹੋ ਜਿਹਾ ਹੀ ਹੁੰਦਾ ਫਿਰ। ਹਾਂਜੀ, ਕਬੂ ਨ ਟੂਟਸ ਰਹਾ ਸਮਾਏ, ਕਬੀ ਨਾ ਟੂਟਸ ਰਹਾ ਸਮਾਏ, ਨਾਮੇ ਚਿਤ ਲਾਇਆ ਸਚ ਨਾਏ। ਨਾਮੇ ਨੇ ਤਾਂ ਸੱਚ ਨਾਲ ਚਿੱਤ ਲਾਤਾ, ਚਿੱਤ ਲਾਇਆ ਮਨ ਨਹੀਂ ਲਾਇਆ, ਮਨ ਆਪੇ ਲੱਗ ਜੂ। ਆ ਦੇਖੋ ਨਾ, ਚਿੱਤ ਲਾਇਆ ਮਨ ਨਹੀਂ ਲਾਇਆ, ਨਾਮੇ ਚਿਤ ਲਾਇਆ ਸਚ ਨਾਏ। ਚਿੱਤ ਕਾ ਲਾਇਆ ਮਨ ਪੁੱਠਾ ਕਰਤਾ ਜਾ ਚਿੱਤ ਹੋਇਆ। ਕਮਲੀ ਪਲਟੀ ਹੈ ਜਦ, ਹਾਂ, ਜਾਂ ਕਮਲੀ ਪਲਟੀ, ਉਹ ਵੀ ਚਿੱਤ ਹੋ ਗਿਆ। ਜਾਂ ਪੁੱਠਾ ਕੀਤਾ, ਚਿੱਤ ਲਾਇਆ, ਹੁਣ ਇੱਕ ਹੋ ਗਿਆ ਚਿੱਤ, ਉਹ ਵੀ ਚਿੱਤ, ਉਹ ਵੀ ਚਿੱਤ, ਦੋ ਇੱਕ ਪਾਸੇ ਨੇ। ਜੈਸੀ ਪ੍ਰੀਤ ਬਾਰਿਕ ਅਰਮਾਤਾ, ਫਿਰ ਤੇ ਪੜ ਪਿਛੇ ਪੰਕਤੀ। ਕਬੂ ਨ ਟੂਟਸ ਰਹਾ ਸਮਾਏ, ਨਾਮੇ ਚਿਤ ਲਾਇਆ ਸਚ ਨਾਏ। ਨਾਮੇ ਨੇ ਸੱਚ ਨਾਲ ਚਿੱਤ ਲਾ ਲਿਆ, ਹੁਣ ਨਹੀਂ ਟੁੱਟਦਾ। ਹੁਣ ਤੋੜੀ ਨਾ ਟੁੱਟੈ, ਤੋੜੀ ਨਾ ਟੁੱਟੈ, ਛੋੜੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਰਹਾ ਸਮਾਏ,
ਹੁਣ ਤਾਂ ਸਮਾਇਆ ਹੋਇਆ ਵਿੱਚ, ਛੱਡਦਾ ਹੀ ਨਹੀਂ। ਜਿਹੜਾ ਪਾਣੀ ਸਮਾ ਗਿਆ ਧਰਤੀ ਵਿੱਚ ਉਹ ਨਹੀਂ ਤੁਸੀਂ ਵਾਪਸ ਲਾਇਆ। ਜਿਹੜੇ ਧਰਤੀ ਦੇ ਉੱਤੇ ਪਾਣੀ ਖੜਾ ਉਹਨੂੰ ਚੱਕ ਕੇ ਹੋਰ ਪਾ ਲਓ। ਜੋ ਬਾਰਿਸ਼ ਹੋਈ ਹੈ, ਪਾਣੀ ਉੱਪਰ ਖੜਾ ਹੈ ਜੋ ਜ਼ਮੀਨ ਦੇ, ਉਹਨੂੰ ਤੁਸੀਂ ਕਿਸੇ ਭਾਂਡੇ 'ਚ ਪਾ ਕੇ ਲੈ ਸਕਦੇ ਹੋ। ਪਰ ਜਿਹੜਾ ਹੁਣ ਜ਼ਮੀਨ ਨੇ ਸੋਖ ਲਿਆ ਪਾਣੀ, ਉਹ ਕੱਢੋਗੇ ਮੈਂ ਕੱਢੋਗੇ, ਉਹ ਸਮਾਇਆ ਹੋਇਆ ਨਹੀਂ ਕੱਢ ਸਕਦੇ। ਉਤਲਾ ਜਿਹੜਾ ਪਿਆ ਉਹ ਲੈ ਲਓ, ਉਹ ਕਿਸੇ ਚੀਜ਼ ਨਾਲ ਉਹ ਵੱਖਰਾ ਹੀ ਆ। ਜੇ ਪਿਆ ਉਹ ਤਾਂ ਵੱਖਰਾ ਹੀ ਪਿਆ। ਇਸ ਕਰਕੇ ਮਨ ਸਮਾ ਗਿਆ ਜਦ ਆਪਣੇ ਮੂਲ 'ਚ, ਉਹ ਨਹੀਂ ਵੱਖਰਾ ਕੀਤਾ ਜਾ ਸਕਦਾ। ਹੁਣ ਹਾਂਜੀ, ਜੈਸੀ ਪ੍ਰੀਤ ਬਾਰਕ ਅਰਮਾਤਾ, ਐਸਾ ਹਰ ਸੇਤੀ ਮਨ ਰਾਤਾ। ਜੈਸੀ ਪ੍ਰੀਤ ਬਾਰਕ ਔਰ ਮਾਤਾ। ਬਾਰਕ ਦੀ ਗੱਲ ਹੈ, ਜਵਾਨ ਦੀ ਗੱਲ ਨਹੀਂ ਹੈ। ਜਵਾਨ ਦੀ ਪ੍ਰੀਤ ਟੁੱਟ ਜਾਂਦੀ ਹੈ। ਬਾਰਕ ਦੀ ਔਰ ਮਾਤਾ ਦੀ ਜਿਹੜੀ ਪ੍ਰੀਤ ਹੁੰਦੀ ਹੈ ਉਹ ਸੱਚੀ ਹੁੰਦੀ ਹੈ। ਬਸ ਛੋਟੇ ਬੱਚੇ ਦੀ ਔਰ ਮਾਂ ਦੀ ਪ੍ਰੀਤ ਸੱਚੀ ਹੁੰਦੀ ਹੈ। ਜਾਨਵਰਾਂ ਤੇ ਲੈ ਕੇ, ਛੋਟੇ ਜਾਨਵਰਾਂ 'ਚ ਵੀ ਇਹੀ ਗੱਲ ਹੈ। ਛੋਟਾ ਬੱਚਾ ਹੈ ਜਿਹੜਾ, ਜਿੰਨਾ ਚਿਰ ਬਾਰਕ ਹੈ ਔਰ ਮਾਤਾ ਹੈ, ਉਹਨਾਂ ਚਿਰ ਉਹਨਾਂ ਦੀ ਪ੍ਰੀਤ ਸੱਚੀ ਹੈ। ਜਾਂ ਜਵਾਨ ਹੋ ਜੂ ਫਿਰ ਕੋਈ ਪਤਾ ਨਹੀਂ, ਫਿਰ ਕੀ ਪਤਾ। ਬਾਰਕ ਲਫ਼ਜ਼ ਵਰਤਿਆ, ਪੂਤ ਨਹੀਂ ਵਰਤਿਆ, ਪੁੱਤ ਨਹੀਂ ਵਰਤਿਆ, ਬਾਰਕ ਵਰਤਿਆ। ਹਾਂ, ਹਰ ਪੁਆਇੰਟ ਤੇ ਧਿਆਨ ਰੱਖਣ ਦੀ ਲੋੜ ਹੈ। ਪੁੱਤ ਕਿਉਂ ਨਹੀਂ ਵਰਤਿਆ, ਬਾਰਕ ਵਰਤਿਆ। ਪੁੱਤ ਤਾਂ 90 ਸਾਲ ਦਾ ਵੀ ਹੁੰਦਾ। ਜੇ ਮਾਂ 120 ਸਾਲ ਦੀ ਹੈ ਤਾਂ ਪੁੱਤ ਤਾਂ 90 ਸਾਲ ਦਾ ਵੀ ਹੋਊਗਾ ਨਾ, 110 ਸਾਲ ਦੀ ਹੈ, 15 ਦੀ ਵੀ ਹੋ ਸਕਦੀ ਹੈ ਮਾਂ। ਬੱਚਾ 15 ਸਾਲ ਦਾ ਵੀ ਹੋ ਸਕਦਾ ਪੈਦਾ, ਤੇ 90 ਸਾਲ ਦਾ ਵੀ ਪੁੱਤ, ਉਹ ਪੁੱਤੇ ਕਹੂਗਾ। ਉਦੋਂ ਨਹੀਂ ਪਤਾ ਕੀ ਗੱਲ ਹੈ, ਹੋਊ ਬਾਰਕ ਹੈ। ਬਾਰਕ ਦੇ ਵਿੱਚ ਨਿਰਮਲ ਬੁੱਧ ਹੁੰਦੀ ਹੈ, ਤੇ ਮਾਂ ਦਾ ਤਾਂ ਦਿਲ ਬਾਰਕ ਦੇ ਪ੍ਰਤੀ ਸਾਫ਼ ਹੁੰਦਾ ਹੀ ਹੁੰਦਾ। ਪ੍ਰੀਤ ਸੱਚੀ ਹੁੰਦੀ ਹੈ। ਉਹ ਜੈਸੀ ਮਾਂ ਦਾ ਦਿਲ ਤਾਂ ਬਾਰਕ ਦੇ ਪ੍ਰਤੀ ਕਦੇ ਹੁੰਦਾ ਹੀ ਨਹੀਂ ਮੈਲਾ। ਪਹਿਲਾਂ ਬਾਅਦ ਚ ਵੀ ਨਹੀਂ ਹੁੰਦਾ, ਬਾਅਦ ਚ ਉਹਦੀ ਮਜਬੂਰੀ ਹੈ, ਉਹੀ ਤੋੜ ਛੱਡਦਾ। ਤੇ ਬਾਰਕ ਦੇ ਯਾਰ ਮਾਂ ਦੀ ਜਿਹੜੀ ਪ੍ਰੀਤ ਹੈ, ਉਹ ਐਸੀ ਪ੍ਰੀਤ, ਉਹ ਵੇਲੇ ਦੀ ਪ੍ਰੀਤ ਫੇਰ ਨਹੀਂ ਹੁੰਦੀ। ਬਸ ਜੈਸੀ ਬਾਰਕ ਅਰਮਾਤਾ, ਐਸਾ ਹਰ ਸੇਤੀ ਮਨ ਰਾਤਾ। ਐਸਾ ਹਰ ਸੇਤੀ ਮਨ ਰਾਤਾ, ਇਹ ਵੀ ਬਾਰਕਾ ਹੁਣੇ ਜੰਮਿਆ ਨਾ। ਹਾਂ, 9 ਤਨ ਚੇਲਾ, 9 ਤਨ ਚੇਲਾ ਜੋ ਹੁਣੇ ਜੰਮਿਆ ਬਾਰਕਾ ਜੇ। ਐਸਾ ਹਰ ਸੇਤੀ ਮਨ ਰਾਤਾ, ਐਸਾ ਹਰ ਸੇਤੀ ਮਨ ਰਾਤਾ। ਬੜਾ ਹੋ ਕੇ ਇਹ ਵੀ ਪਤਾ ਨਹੀਂ, ਤਾਂ ਹੀ ਥੱਲੇ ਡੇ ਪੈਂਦਾ। ਪ੍ਰੀਤ ਇਹਦੀ ਵੀ ਟੁੱਟ ਜਾਂਦੀ ਹੈ, ਬੜਾ ਹੋ ਕੇ ਟੁੱਟਦੀ ਹੈ। ਜਾਂ ਪ੍ਰੀਤ ਪੁਰਾਣੀ ਹੋ ਜਾਂਦੀ ਹੈ, ਇਹ ਜਦੇ ਆਉਂਦਾ ਇੱਥੇ ਫਿਰ ਧਰਤੀ ਤੇ ਫਿਰ ਪੈਂਦਾ ਕਿਤੇ ਕਿਤੇ, ਇਹ ਵੀ ਟੁੱਟ ਜਾਂਦੀ ਹੈ। ਬਾਰਕ ਦੀ ਨਹੀਂ ਟੁੱਟਦੀ ਹੁੰਦੀ ਕਹਿੰਦੇ। ਹਾਂਜੀ, ਪ੍ਰਣਵੇ ਨਾਮ ਦਿਓ ਲਾਗੀ ਪ੍ਰੀਤ, ਗੋਬਿੰਦ ਬਸੈ ਹਮਾਰੇ ਚੀਤ। ਪ੍ਰਣਵੇ ਨਾਮਦੇਵ ਲਾਗੀ ਪ੍ਰੀਤ। ਨਾਮਦੇਵ ਕਹਿੰਦਾ ਬੇਨਤੀ ਇਹ ਕਰਦਾ ਮੈਂ, ਮੇਰੀ ਪ੍ਰੀਤ ਜਿਹੜੀ ਲੱਗੀ ਹੈ ਨਾ, ਲਾਗੀ ਪ੍ਰੀਤ, ਪ੍ਰੀਤ ਲੱਗ ਗਈ। ਤੇ ਗੋਬਿੰਦ ਬਸੈ ਹਮਾਰੇ ਚੀਤ। ਗੋਬਿੰਦ ਮੇਰੇ ਹੁਣ ਚਿੱਤ ਵਿੱਚ ਵਸਦਾ। ਜਿਹਦੀ ਪ੍ਰੀਤ ਹੁੰਦੀ ਆ ਉਹ ਅੰਦਰ ਹੀ ਵਸਦਾ ਹੁੰਦਾ, ਅੰਦਰ ਵਸਦਾ ਹੀ ਹੁੰਦਾ, ਤਾਂ ਹੀ ਨਹੀਂ ਭੁੱਲਦਾ। ਫਿਰ ਕਿੱਥੇ ਭੁੱਲਦਾ? ਉਹ ਫਿਰ ਜਦ ਕੋਈ ਐਸਾ ਐਕਸੀਡੈਂਟ ਹੋ ਜਾਂਦਾ, ਕਹਿੰਦੇ ਬਾਪ ਕਹਿੰਦਾ ਵੀ ਭੁੱਲਦਾ ਨਹੀਂ ਹੈਗਾ। ਮੈਂ ਹੁਣ ਜੇ ਰੋਟੀ ਖਾਣਾ ਜਦ ਵੀ ਯਾਦ ਆ ਜਾਂਦਾ, ਜਦ ਭੁੱਖ ਮਰ ਜਾਂਦੀ ਹੈ। ਭੁੱਖ ਲੱਗਦੀ ਹੋਈ ਨਹੀਂ, ਜਾਂ ਭੁੱਲਦਾ, ਭੁੱਲੇ ਤਾਂ ਭੁੱਖ ਲੱਗੇ, ਭੁੱਲਦਾ ਹੈ ਨਹੀਂ, ਭੁੱਖ ਲੱਗਦੀ ਨਹੀਂ। ਤੇ ਜਿਹਦੇ ਨਾਲ ਪ੍ਰੀਤ ਹੁੰਦੀ ਹੈ ਬਸ ਦਾ ਅੰਦਰ ਹੁੰਦਾ ਹੀ ਆ, ਚਾਹੇ ਦੁਨਿਆਵੀ ਗੱਲ ਹੋਵੇ ਚਾਹੇ ਨਿਰਾਕਾਰੀ ਹੋਵੇ। ਹਾਂਜੀ, ਘਰ ਕੀ ਨਾਰ ਤਿਆਗੈ ਅੰਧਾ,
ਪਰ ਨਾਰੀ ਸਿਉ ਘਾਲੈ ਧੰਦਾ। ਘਰ ਕੀ ਨਾਰ ਤਿਆਗੇ ਅੰਧਾ। ਘਰ ਕੀ ਨਾਰ ਕਿਹੜੀ ਤਿਆਗਤੀ? ਜਿਹੜੀ ਅੰਤਰਾਤਮਾ ਦੀ ਆਵਾਜ਼ ਆ ਉਹ ਛੱਡਤੀ। ਅੰਤਰਾਤਮਾ ਦੀ ਆਵਾਜ਼ ਛੱਡਤੀ, ਜਿਹੜੀ ਅੰਦਰੋਂ ਆਵਾਜ਼ ਆਉਂਦੀ ਹੈ। ਤੇ ਘਰ ਕੀ ਮੱਤ, ਘਰ ਕਾ ਬਾਪ, ਘਰ ਕੇ ਬਾਪ ਨੇ ਜਿਹੜੀ ਮੱਤ ਦਿੱਤੀ ਹੈ ਉਹ ਛੱਡਤੀ। ਕੋ ਮਨ ਜਾਣਤ ਸਭ ਬਾਤ। ਜਾਣਦਾ ਜਾਣਤੇ ਹੀ ਔਗਣ ਕਰੇ। ਫਿਰ ਔਗਣ ਕਾਹਤੇ ਕਰਦਾ ਬਈ? ਬਾਪ ਤਾਂ ਅੰਦਰਲਾ ਜਾਣਦਾ ਸਭ ਕੁਝ ਬੁਰਾ, ਉਹ ਛੱਡ ਦਿੰਦਾ। ਘਰ ਕੀ ਮੱਤ, ਘਰ ਕੀ ਨਾਰ ਤਿਆਗੇ ਅੰਧਾ। ਨਾ ਅਲੋਹੀ ਹੈ, ਆਪਣੀ ਅਕਲ ਤਿਆਗਤੀ। ਅੰਦਰ ਪਤਾ ਹੈ ਵੀ ਗੱਲ ਗਲਤ ਹੈ। ਪਰ ਨਾਰੀ ਸਿਉ ਘਾਲੈ ਧੰਦਾ। ਦੂਏ ਦੀ ਮਗਲ ਲੱਗ ਕੇ ਗਲਤ ਕੰਮ ਕਰ ਲਿਆ। ਗੁਰਬਾਣੀ ਕਹਿੰਦੀ ਹੈ ਪੱਥਰ ਪੂਜਾ ਨਹੀਂ ਕਰਨੀ। ਗੁਰਬਾਣੀ ਕਹਿੰਦੀ ਹੈ ਜੋ ਉਹ ਨਹੀਂ ਮੰਨੀ, ਪਤਾ ਨਹੀਂ ਕਿਹਦੀ ਗੱਲ ਮੰਨ ਲਈ। ਵਾਹਿਗੁਰੂ ਵਾਹਿਗੁਰੂ ਕਿਹਨੇ ਕਿਹਾ ਸੀ ਨਾਮ ਹੁੰਦਾ? ਉਹ ਗੁਰਬਾਣੀ ਹੁਣ ਵੀ ਨਹੀਂ ਮੰਨਦੇ, ਹੋਰੇ ਕਿਸੇ ਦੀ ਮਤ ਮੰਨੀ ਜਾਂਦੇ ਨੇ। ਇਹ ਤਾਂ ਘਰ ਕੀ ਨਾਰ ਹੈ। ਉਹ ਨਿਜ ਭਗਤੀ ਸੀਲਵੰਤੀ ਨਾਰ ਹੈ ਨਾ। ਨਿਜ ਭਗਤੀ ਹੈ, ਨਿਜ ਭਗਤੀ ਇਹ ਹੈ ਘਰ ਕੀ ਨਾਰ। ਜਿਹੜੀ ਨਿਜ ਭਗਤੀ ਹੈ, ਆਤਮ ਗਿਆਨ ਦੀ ਭਗਤੀ ਹੈ, ਇਸੇ ਨੂੰ ਕਿਹਾ ਹੋਇਆ ਘਰ ਕੀ ਨਾਰ। ਅੰਨੇ ਨੇ ਤਿਆਗਤੀ, ਅੰਤਰਾਤਮਾ ਦੀ ਆਵਾਜ਼ ਤਿਆਗਤੀ। ਪਰ ਨਾਰੀ ਸਿਉ ਘਾਲੈ ਧੰਦਾ। ਆ ਦੂਈ ਮੱਤ ਹੈ, ਕਿਸੇ ਦੀ ਲੈ ਲਈ, ਖਬਰ ਕਿਹਦੀ ਹੈ ਮੱਤ? ਮਨਮਤ ਲੈ ਲਈ। ਗੁਰਮਤ ਤਿਆਗਤੀ, ਮਨਮਤ ਫੜ ਲਈ। ਬਾਹਰੋਂ ਸਿੱਖਿਆ ਕਿਸੇ ਤੋਂ ਲੈ ਲਈ, ਅੰਦਰਲੀ ਸਿੱਖਿਆ ਤਿਆਗਤੀ। ਪਰ ਨਾਰੀ ਸਿਉ ਘਾਲੈ ਧੰਦਾ। ਜੈਸੇ ਮਨ ਦੀ ਜਿਹੜੀ ਮੱਤ ਹੈ ਪਰ ਨਾਰੀ ਹੈ। ਜਿੰਨੀਆਂ ਵੀ ਮਨਮੱਤਾਂ ਨੇ ਦੁਨੀਆ ਦੀਆਂ ਪਰ ਨਾਰੀ ਨੇ। ਇੱਕ ਗੁਰਮਤ ਸਾਰਿਆਂ ਦੀ ਘਰ ਕੀ ਨਾਰ। ਘਰ ਕਿੱਥੇ ਹੈ ਭਲਾ ਸਾਡਾ? ਸੰਸਾਰ 'ਚ ਕੋਈ ਘਰ ਨਹੀਂ ਸਾਡਾ ਹੈਗਾ। ਫਿਰ ਇੱਥੇ ਤਾਂ ਸਾਰੇ ਨਥਾਵੇਂ ਨੇ। ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ। ਘਰ ਕਿੱਥੇ? ਘਰ ਸੱਚਖੰਡ ਹੈ ਸਾਰਿਆਂ ਦਾ ਹੀ। ਇਹ ਸੱਚਖੰਡ ਦੀ ਮੱਤ ਹੈ ਘਰ ਕੀ ਨਾਰ ਤਾਂ ਕਹਿੰਦੇ ਨੇ। ਉਹ ਘਰ ਤਾਂ ਇੱਕੋ ਹੀ ਹੈ ਸਭ ਦਾ। ਸੋ ਘਰ ਕਿਹਾ ਸੋ ਦਰ ਕਿਹਾ, ਸੋ ਦਰ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਵ ਸੰਭਾਲੇ। ਜੇ ਸਾਰਿਆਂ ਦੀ ਸੰਭਾਲ ਕਰਦਾ ਉਹ ਘਰ ਕਿਹੜਾ? ਸੱਚਖੰਡ ਹੀ ਹੈ। ਜਦ ਜਾਣਾ ਆਪਣੇ ਘਰ ਜਾਣਾ, ਜਿੱਥੇ ਵਿਆਹ ਕੇ ਜਾਣਾ ਉਹ ਘਰ ਹੈ। ਕਹੇ ਕਬੀਰ ਮੁਝੇ ਵਿਆਹ ਚਲੇ हैं। ਹੋਰ ਇੱਕ ਭਗਵਾਨ। ਤੇ ਫਿਰ ਪੇਕਿਆਂ ਦੇ ਘਰ ਨੂੰ ਤਾਂ ਲੜਕੀ ਦਾ ਘਰ ਬਣਿਆ ਨਹੀਂ ਜਾਂਦਾ ਕਦੇ ਵੀ। ਪਿਓਕਿਆਂ ਦੇ ਘਰ ਨੂੰ ਜਿੱਥੇ ਲੜਕੀ ਪੈਦਾ ਹੁੰਦੀ ਉਹਨੂੰ ਤਾਂ ਘਰ ਮੰਨਿਆ ਨਹੀਂ ਜਾਂਦਾ। ਉਹਨੂੰ ਉਹਦਾ ਦੇਸ਼ ਵੀ ਨਹੀਂ ਮੰਨਿਆ ਜਾਂਦਾ। ਉਹਨੂੰ ਉਹਦਾ ਦੇਸ਼ ਵੀ ਨਹੀਂ ਮੰਨਿਆ ਜਾਂਦਾ, ਕਦੇ ਵੀ ਨਹੀਂ ਮੰਨਿਆ ਜਾਂਦਾ, ਇੱਥੇ ਵੀ ਨਹੀਂ ਮੰਨਿਆ ਜਾਂਦਾ। निरंकार का जो देश है निराकार है, निरंकार है आत्मा। निरंकार के देश जाए तां सुख लहे महल। ये तो महल है उत्थे, खाली पिया उत्थे, ਉਹਨੂੰ ਛੱਡੀ ਫਿਰਦਾ ਇੱਥੇ। ਅੱਧਾ ਉੱਥੇ ਅੱਧਾ ਇੱਧਰ ਹੈ, ਧਿਆਨ ਇੱਧਰ ਹੈ। ਉਹ ਸੁੱਤਾ ਪਿਆ ਉੱਥੇ। ਜਾਂ ਜਾਗਦਾ ਫਿਰ ਮਹਿਲ 'ਚ ਹੈ। ਜਾਂ ਜਾਗਦਾ ਨਾ, ਉਹ ਜਿਹੜੀ ਜਾਗਦੇ ਦੀ ਮੱਤ ਹੈ ਉਹ ਘਰ ਕੀ ਮੱਤ ਹੈ। ਜਿਹੜੀ ਜਾਗਦੇ ਦੀ ਮੱਤ ਹੈ ਉਹ ਘਰ ਕੀ ਨਾਰ ਹੈ। ਆਹ ਜਾਗਦਿਆਂ ਦੀ ਜਿਹੜੀ ਮੱਤ ਹੈ ਨਾ ਗੁਰਮਤ, ਇਹ ਜਾਗਦਿਆਂ ਦੀ ਗੱਲ ਹੈ। ਉਹ ਘਰ ਕੀ ਹੈ? ਜਿਹੜੀ ਸੁਪਨੇ ਦੀ ਮੱਤ ਹੈ ਹੋਰ ਕਿਸੇ ਦੀ ਹੈ, ਬਗਾਨੀ ਹੈ। ਹੁਣ ਜੇ ਇਹਨੂੰ ਵੀ ਆਪਾਂ ਲੈ ਲਈਏ, ਸੰਸਾਰੀ ਬਾਹਰ ਦੀ, ਇੱਥੇ ਵੀ ਫਸ ਗਏ। ਇਹ ਵੀ ਅਸ਼ਲੀਲ ਹੈ। ਫਿਰ ਇਹ ਤਾਂ ਕੋਈ ਸੰਸਾਰੀ ਉਪਦੇਸ਼ ਥੋੜੀ ਹੈ। ਦੇਖੋ ਗੁਰਬਾਣੀ ਤੇ ਸ਼ਰਤ ਹੈ ਇਹ ਕਿ ਬ੍ਰਹਮ ਗਿਆਨ ਹੈ ਸਾਰਾ। ਲੋਕ ਕहें ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਜੋ ਕਾਸੀ ਉਪਦੇਸ਼ ਤੇ ਮਾਨਸ ਮਰਤੀ ਬਾਰ।
ਇਹ ਬ੍ਰਹਮ ਗਿਆਨ ਨਾਲ ਬਣਾ ਕੇ ਦਿਖਾਓ ਇਹਨੂੰ। ਜੇ ਬ੍ਰਹਮ ਗਿਆਨ ਨਾਲ ਮਿਲਾਵਾਂਗੇ ਤਾਂ ਆਪੇ ਹੈ ਨਹੀਂ। ਚਾਹੇ ਆਦ ਲੈ ਲਓ, ਚਾਹੇ ਦਸਮ ਲੈ ਲਓ, ਸਾਡੇ ਕੋਲ ਬ੍ਰਹਮ ਗਿਆਨ ਤੇ ਸਿਵਾ ਕੁਛ ਨਹੀਂ ਹੈ। ਜਿਹੜੇ ਲੋਕ ਦੂਜੇ ਅਰਥ ਕਰਦੇ ਨੇ, ਅਸਲ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਹੈ ਗੁਰਬਾਣੀ ਦੇ ਅਰਥ ਕਿਵੇਂ ਕਰੀਦੇ ਨੇ, ਗੁਰਬਾਣੀ ਦੇ ਅਰਥ ਕਰਨ ਵੇਲੇ ਸ਼ਰਤਾਂ ਕੀ ਨੇ। ਇਹ ਤਾਂ ਬ੍ਰਹਮ ਗਿਆਨ ਹੈ, ਬ੍ਰਹਮ ਵਿਚਾਰ ਹੈ। ਤੇ ਬ੍ਰਹਮ ਵਿਚਾਰ ਤਾਂ ਲੱਭਦੀ ਉਹ ਨਹੀਂ ਹੈ ਟੀਕਿਆਂ ਚੋਂ। ਜੋ ਲੱਭਦੀ ਨਹੀਂ ਟੀਕਿਆਂ ਦੇ ਵਿੱਚੋਂ, ਤੇ ਕਿਸ ਆਧਾਰ ਤੇ ਤੁਸੀਂ ਬੋਲ ਰਹੇ ਹੋ? ਟੈਂ ਵਿਦਵਾਨ ਔਰ ਬ੍ਰਹਮ ਵਿਚਾਰ ਦਾ ਤਾਂ ਮੇਲੇ ਕੋਈ ਨਹੀਂ। ਵਿਦਵਾਨ ਤਾਂ ਬ੍ਰਹਮ ਦੀ ਗੱਲ ਨਹੀਂ ਜਾਣਦਾ। ਇਹ ਜਿਹੜੇ ਟੈਂ ਕਰਦੇ ਤੇ ਆਪੇ ਚੁੱਪ ਕਰ ਜਾਣਗੇ। ਹੁਣ ਗੁਰਬਾਣੀ ਜੇ ਸਭ ਕੁਝ ਲਿਖਿਆ ਹੋਇਆ, ਤੁਸੀਂ ਗੁਰਬਾਣੀ ਤੇ ਸ਼ਰਤਾਂ ਜਿਹੜੀਆਂ ਲੱਗੀਆਂ ਉਹਨਾਂ ਨੂੰ ਇਗਨੋਰ ਕਰਕੇ ਇਹਦੇ ਅਰਥ ਕਿਵੇਂ ਕਰ ਲਓਗੇ? ਸਾਰੇ ਨਿਯਮ ਗੁਰਬਾਣੀ 'ਚ ਨੇ, ਅਸੀਂ ਬਾਉਂਡ ਹਾਂ ਇਹਦੇ ਅਰਥ ਕਰਨ ਨੂੰ, ਦੂਏ ਅਰਥ ਕਰੇ ਨਹੀਂ ਸਕਦੇ। ਅਸੀਂ ਬਾਉਂਡ ਕੀਤੇ ਪਏ ਉੱਥੇ ਜਗ੍ਹਾ ਜਗ੍ਹਾ ਤੇ ਗੁਰਬਾਣੀ 'ਚ। ਇਹਨਾਂ ਨੂੰ ਕੀ ਪਤਾ ਬਾਉਂਡ ਕੀ ਹੁੰਦਾ? ਤਾਂ ਮੂਰਖ ਨੇ ਇਕੱਠੇ ਹੋਏ ਸਿਆਣੇ ਚੁੱਪ ਕਰਕੇ। ਉਹ 10-20 ਮੂਰਖ ਨੇ ਜਿਹੜੇ, ਉਹਨਾਂ ਨੇ 10-20 ਦੂਏ, ਜਿਵੇਂ ਹੁੰਦਾ ਨਾ ਕੁੱਤੇ ਰੱਖੇ ਹੁੰਦੇ ਨੇ ਛੋਟੇ ਕਤੂਰੇ, ਹਲਾ ਕਰਦੇ ਭੌਂਕਣ ਲੱਗ ਜਾਂਦੇ ਨੇ। ਪਰ ਜੇ ਉਹਦੇ ਠੁੱਡ ਮਾਰੇ ਨਾ, ਬਸ ਇੱਕੋ ਠੁੱਡ ਬਹੁਤ ਉਹਦੇ ਲੱਗੀ ਹੋਈ, ਫਿਰ ਦੁਬਾਰਾ ਬੋਲਤੀ ਬੰਦ ਹੋ ਜਾਂਦੀ ਹੈ ਨਾ। ਜੇ ਬਚ ਰਹੇ ਤਾਂ ਵੀ ਨਹੀਂ ਦੁਬਾਰਾ ਭੌਂਕਦਾ, ਜੇ ਬਚ ਵੀ ਜਾਵੇ ਤਾਂ ਵੀ ਨਹੀਂ ਦੁਬਾਰਾ ਭੌਂਕਦਾ। ਕਈ ਪਸਲੀਆਂ ਟੁੱਟੇ ਜਾਂਦੀਆਂ ਨੇ ਉਹਦੀਆਂ। ਹਾਂਜੀ, ਕੱਲ ਦੁਬਾਰਾ